ਦੋਸਤੋ ਅਮਰੀਕਾ ਔਰ ਕੈਨੇਡਾ ਦੇ ਵਿਜ਼ਿਟ ਵੀਜ਼ਿਆਂ ਦੇ ਵਿੱਚ ਕੁਝ ਬੁਨਿਆਦੀ ਫਰਕ ਨੇ ਔਰ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਸੀਂ ਅਮਰੀਕਾ ਦੇ ਵਿਜ਼ਿਟ ਵੀਜ਼ੇ ਵਾਸਤੇ ਕਰ ਰਹੇ ਹੁੰਦੇ ਹੋ, ਅਸਲ 'ਚ ਉਹਦੀ ਜ਼ਰੂਰਤ ਹੁੰਦੀ ਕੈਨੇਡਾ ਦੇ ਵਿਜ਼ਿਟ ਵੀਜ਼ੇ ਵਾਸਤੇ। ਹੁਣ ਉਹ ਬੁਨਿਆਦੀ ਫਰਕ ਕੀ ਨੇ, ਉਹ ਚੀਜ਼ਾਂ ਕੀ ਨੇ, ਸਾਰੀਆਂ ਚੀਜ਼ਾਂ ਡਿਟੇਲ ਦੇ ਨਾਲ ਤੁਹਾਨੂੰ ਇਸ ਵੀਡੀਓ 'ਚ ਦੱਸਾਂਗਾ। ਪਲੀਜ਼ ਚੈਨਲ ਨੂੰ ਫਾਲੋ ਕਰ ਲੈਣਾ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੇਣਾ। ਤੇ ਦੋਸਤੋ ਪਹਿਲੇ ਦੋ ਬੁਨਿਆਦੀ ਗੱਲਾਂ ਸਮਝਾ ਦਾਂ ਕਿ ਕੈਨੇਡਾ ਦੇ ਵਿਜ਼ਿਟ ਵੀਜ਼ੇ ਵਾਸਤੇ ਇੰਟਰਵਿਊ ਹੀ ਨਹੀਂ ਹੁੰਦਾ। ਜਿਹੜਾ ਅਮਰੀਕਾ ਦੇ ਵਿਜ਼ਿਟ ਵੀਜ਼ੇ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਇੰਟਰਵਿਊ ਹੈ, ਕੈਨੇਡਾ 'ਚ ਇੰਟਰਵਿਊ ਨਹੀਂ ਹੈਗਾ, ਇਹ ਗੱਲ ਯਾਦ ਰੱਖੋ। ਦੂਸਰੀ ਚੀਜ਼ ਜਿਹੜੀ ਸਾਇੰਸ ਹੁੰਦੀ ਹੈ ਨਾ ਵਿਜ਼ਿਟ ਵੀਜ਼ੇ ਦੀ, ਉਹ ਵੇ ਕਿ ਇਹ ਬੰਦੇ ਨੂੰ ਅਸੀਂ ਵਿਜ਼ਿਟ ਵੀਜ਼ਾ ਦੇਣਾ ਹੈ ਕਿ ਇਹ ਵਿਜ਼ਿਟ ਕਰਕੇ ਵਾਪਸ ਆਪਣੇ ਮੁਲਕ ਆਏਗਾ। ਇਹ ਦੋਵਾਂ ਮੁਲਕਾਂ ਦੀ ਸੇਮ ਹੈ, ਬਲਕਿ ਪੂਰੀ ਦੁਨੀਆ ਦੀ ਸੇਮ ਹੈ। ਅਗਰ ਤੁਸੀਂ ਸਪੇਨ, ਜਰਮਨੀ, ਆਸਟ੍ਰੇਲੀਆ ਕਿਸੇ ਦਾ ਵੀਜ਼ਾ ਵੀ ਅਪਲਾਈ ਕਰੋਗੇ, ਦੇਖਣਾ ਉਹਨਾਂ ਨੇ ਤੁਹਾਡੇ ਅੰਦਰ ਤੁਹਾਡੀ ਸਟਰੋਂਗ ਟਾਈਜ਼ ਨੇ ਤੁਹਾਡੇ ਮੁਲਕ ਦੇ ਨਾਲ। ਇਸ ਵਾਸਤੇ ਇਹ ਦੋ ਚੀਜ਼ਾਂ ਤੇ ਸਾਈਡ ਤੇ ਰੱਖਤੀਆਂ। ਹੁਣ ਆ ਗਏ ਜੀ ਫਰਕ। ਦੇਖੋ ਜੀ, ਪਹਿਲੀ ਗੱਲ ਹੈ ਕਿ ਜਦੋਂ ਤੁਸੀਂ ਕੈਨੇਡਾ ਦਾ ਵਿਜ਼ਿਟ ਵੀਜ਼ਾ ਅਪਲਾਈ ਕਰਦੇ ਹੋ, ਤੁਸੀਂ ਸਾਰੇ ਡਾਕੂਮੈਂਟਸ ਭੇਜਣੇ ਹੁੰਦੇ ਨੇ, ਆਪ ਨਹੀਂ ਜਾਣਾ। ਫਿੰਗਰਪ੍ਰਿੰਟ ਸਿਰਫ ਹੋਣਗੇ, ਬਾਕੀ ਕੋਈ ਇੰਟਰਵਿਊ ਨਹੀਂ ਹੋਏਗਾ। ਹੁਣ ਉਹ ਡਾਕੂਮੈਂਟ ਤੁਸੀਂ ਲੈ ਕੇ ਜਾਂਦੇ ਹੋ ਅਮਰੀਕਾ ਦੇ ਵਿਜ਼ਿਟ ਵੀਜ਼ੇ ਵਾਸਤੇ, ਉਹ ਦੇਖਦਾ ਹੀ ਨਹੀਂ। ਉਹ ਐਨੀ ਤੁਸੀਂ ਫਾਈਲ ਚੁੱਕੀ ਹੁੰਦੀ, ਉਹ ਫਾਈਲ ਨੂੰ ਨਜ਼ਰ ਹੀ ਨਹੀਂ ਮਾਰਦਾ। ਇੱਧਰ ਫਾਈਲ ਬੋਲਣੀ ਹੈ, ਇਹ ਬਹੁਤ ਵੱਡਾ ਫਰਕ ਹੈ। ਹੁਣ ਉਸ ਫਾਈਲ ਦੇ ਵਿੱਚ ਸਭ ਤੋਂ ਉੱਤੇ ਜਨਾਬ ਤੁਹਾਡੀ ਕੀ ਚੀਜ਼ ਪਈ ਹੋਣੀ ਹੈ? ਤੁਹਾਡੀ ਬੈਂਕ ਸਟੇਟਮੈਂਟ, ਜਿੰਨੇ ਦੱਸਣਾ ਕਿ ਤੁਹਾਡੀ ਵਰਥ ਕੀ ਹੈ। ਹੁਣ ਇੱਥੇ ਬੈਂਕ ਸਟੇਟਮੈਂਟ ਨੂੰ ਉਹ ਦੇਖਦਾ ਪਸੰਦ ਨਹੀਂ ਕਰਦਾ, ਇੱਥੇ ਬੈਂਕ ਸਟੇਟਮੈਂਟ ਉਹ ਕਹਿੰਦਾ ਹਾਂਜੀ ਲਿਆਓ ਅੱਗੇ ਕਰੋ। ਹੁਣ ਬੈਂਕ ਸਟੇਟਮੈਂਟ ਦੇ ਵਿੱਚ ਉਹਨੇ ਦੇਖਣਾ ਹੈ ਕਿ ਬੈਂਕ ਸਟੇਟਮੈਂਟ ਦਾ ਮਕਸਦ ਕੀ ਹੁੰਦਾ, ਕੀ ਦੇਖਣਾ ਹੈ? ਥੋੜ੍ਹੀ ਦੇਖਣਾ ਕਿ ਵੀ ਤੁਹਾਡਾ ਬੈਂਕ ਅਕਾਊਂਟ ਕਿੰਨਾ ਹੈ ਔਰ ਕਿੰਨੇ ਪੈਸੇ ਨੇ। ਅਸਲ ਮਕਸਦ ਹੁੰਦਾ ਹੈ ਕਿ ਜੋ ਤੁਸੀਂ ਦਾਅਵਾ ਕੀਤਾ ਹੈ ਕਿ ਮੈਂ ਬਿਜ਼ਨਸਮੈਨ ਹਾਂ, ਮੈਂ ਅਫਸਰ ਹਾਂ, ਮੈਂ ਜੋ ਵੀ ਤੁਸੀਂ ਕੀਤਾ ਹੈ, ਉਹ ਤੁਹਾਡੀ ਬੈਂਕ ਸਟੇਟਮੈਂਟ ਨਾਲ ਮੈਚ ਕਰ ਰਿਹਾ ਕਿ ਨਹੀਂ ਕਰ ਰਿਹਾ। ਇਹ ਵੀ ਮੇਨ ਦਾ ਮਕਸਦ। ਇਹ ਨਹੀਂ ਹੈਗਾ ਕਿ ਬਈ ਤੁਸੀਂ ਬਸ ਉੱਥੋਂ ਕਿਸੇ ਕੋਲੋਂ 2 ਕਰੋੜ ਫੜੋ ਪਾ ਕੇ ਲਓ ਜੀ ਮੇਰੀ ਬੈਂਕ ਸਟੇਟਮੈਂਟ ਨਾ ਉਹਨਾਂ ਨੂੰ। ਹੁਣ ਇਹ ਦੇਖਣਾ ਟ੍ਰਾਂਜੈਕਸ਼ਨਾਂ ਕਿਸ ਨਾਲ ਹੋਈਆਂ ਨੇ, ਕਿਸ ਨਾਲ ਇਨ ਆਊਟ ਹੋਇਆ, ਪੈਸਾ ਕਿਸ ਨਾਲ ਆਇਆ, ਕਿਸ ਨਾਲ ਗਿਆ, ਕਿੰਨੇ ਮਹੀਨੇ ਤੋਂ ਆ ਰਿਹਾ ਹੈ। ਤਾਂ ਕਹਿੰਦੇ ਨਾ 6 ਮਹੀਨੇ ਦੀ ਬੈਂਕ ਸਟੇਟਮੈਂਟ ਭੇਜੋ। ਉਹਦਾ ਮਕਸਦ ਇਹ ਹੁੰਦਾ ਕਿ ਪਿਛਲੇ 6 ਮਹੀਨੇ ਤੁਸੀਂ ਕੀ ਕੀਤਾ। ਹਰ ਚੀਜ਼ ਨੂੰ ਉਹਨਾਂ ਨੇ ਉਸ ਹਿਸਾਬ ਨਾਲ ਪਰਖਣਾ ਹੈ। ਵੈਰੀਫਾਈ ਵੀ ਕਰਾ ਸਕਦੇ ਨੇ, ਇਹਦਾ ਕਿਸੇ ਨੂੰ ਨਹੀਂ ਪਤਾ। ਅਫਵਾਹਾਂ 'ਤੇ ਯਕੀਨ ਨਹੀਂ ਰੱਖਣਾ, ਹਮੇਸ਼ਾ ਉਹ ਗੱਲ ਕਰੋ ਜਿਹੜੀ ਜੈਨੂਇਨ ਹੈ। ਕਿਸੇ ਨੂੰ ਨਹੀਂ ਪਤਾ ਕਿ ਉਹ ਵੈਰੀਫਾਈ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ ਨੇ ਤੇ ਕਿਸ ਨਾਲ ਕਰਾਉਂਦੇ ਨੇ। ਦੈਟਸ ਇਟ। ਉਸ ਤੋਂ ਬਾਅਦ ਆ ਗਏ ਜਨਾਬੇ ਵਾਲਾ ਤੁਹਾਡੇ ਡਾਕੂਮੈਂਟਸ। ਹੁਣ ਬੈਂਕ ਸਟੇਟਮੈਂਟ ਹੋ ਗਈ। ਹੁਣ ਇੱਕ ਚੀਜ਼ ਤੁਸੀਂ ਕਰਕੇ ਜਾਂਦੇ ਹੋ ਜੀ, ਆਪਣੀ ਟਿਕਟ ਦੀ ਉਹ ਬੁਕਿੰਗ ਕਰਵਾ ਕੇ ਜਾਂਦੇ ਹੋ ਅਮਰੀਕਾ ਵਾਸਤੇ, ਉਹ ਦੇਖਦੇ ਹੀ ਨਹੀਂ। ਇੱਥੇ ਉਹ ਬੜੀ ਇੰਪੋਰਟੈਂਟ ਹੈ। ਇੱਥੇ ਤੁਸੀਂ ਅਗਰ ਖਰੀਦ ਸਕਦੇ ਹੋ ਤਾਂ ਖਰੀਦ ਲਓ, ਮੈਂ ਤੁਹਾਨੂੰ ਉਹ ਮਸ਼ਵਰਾ ਨਹੀਂ ਦਾਂਗਾ, ਤੁਹਾਡੀ ਮਰਜ਼ੀ ਹੈ। ਲੇਕਿਨ ਤੁਹਾਡੇ ਕੋਲ ਬੁਕਿੰਗ ਜ਼ਰੂਰ ਹੋਣੀ ਚਾਹੀਦੀ ਆਉਣ ਜਾਣ ਦੀ, ਕਿ ਵੀ ਇਸ ਤਰੀਕ ਨੂੰ ਮੈਂ ਜਾਣਾ, ਇਸ ਤਰੀਕ ਨੂੰ ਮੈਂ ਵਾਪਸ ਆਉਣਾ। ਤੀਸਰੀ ਇੰਪੋਰਟੈਂਟ ਚੀਜ਼ ਇੱਥੇ ਕੀ ਹੈ ਜਨਾਬ? ਤੁਹਾਡਾ ਸਟੇ। ਹੁਣ ਤੁਸੀਂ ਸਟੇ ਕਰ ਰਹੇ ਹੋ ਹੋਟਲ 'ਚ, ਜਿਹੜੇ ਸ਼ਹਿਰ ਦਾ ਤੁਸੀਂ ਲਿਖਿਆ ਉਸ ਸ਼ਹਿਰ ਦੇ ਸਾਰੇ ਹੋਟਲ ਦੀ ਬੁਕਿੰਗ ਹੋਣੀ ਚਾਹੀਦੀ ਹੈ। ਉਹ ਫੋਨ ਕਰਕੇ ਵੈਰੀਫਾਈ ਕਰ ਸਕਦੇ ਨੇ, ਯਾਦ ਰੱਖਣਾ ਉਹ ਬੁਕਿੰਗ ਹੋਣੀ ਚਾਹੀਦੀ ਹੈ। ਅਗਰ ਰਿਸ਼ਤੇਦਾਰ ਕੋਲ ਠਹਿਰੇ, ਉਹਦਾ ਫੋਨ ਨੰਬਰ, ਉਹਦਾ ਪੂਰਾ ਐਡਰੈਸ, ਹਰ ਚੀਜ਼ ਹੋਣਾ ਚਾਹੀਦਾ ਤਾਂ ਕਿ ਉਹ ਵੈਰੀਫਾਈ ਕਰਨਾ ਚਾਹਣ ਤਾਂ ਉਹਨਾਂ ਕੋਲ ਪੂਰਾ ਰਿਕਾਰਡ ਹੋਵੇ। ਇੱਥੇ ਇਹ ਕੰਮ ਆਣੀ, ਉੱਥੇ ਉਹਦੀ ਕੋਈ ਜ਼ਰੂਰਤ ਨਹੀਂ, ਉਹ ਦੇਖਦੇ ਹੀ ਨਹੀਂ। ਇਹ ਤਿੰਨ ਮੇਨ ਚੀਜ਼ਾਂ ਹੋ ਗਈਆਂ। ਉਸ ਤੋਂ ਬਾਅਦ ਆ ਗਏ ਜੀ ਤੁਹਾਡੇ ਐਡੀਸ਼ਨਲ ਡਾਕੂਮੈਂਟਸ। ਐਡੀਸ਼ਨਲ ਡਾਕੂਮੈਂਟ ਕਿਹੜੇ ਨੇ? ਐਡੀਸ਼ਨਲ ਡਾਕੂਮੈਂਟ ਦੇ ਵਿੱਚ ਤੁਹਾਡਾ ਜਨਾਬੇ ਵਾਲਾ ਤੁਹਾਡੀ ਟੈਕਸ ਰਿਟਰਨ, ਤੁਸੀਂ ਟੈਕਸ ਜਮ੍ਹਾਂ ਕਰਾਇਆ, ਤੁਸੀਂ ਚੈਂਬਰ ਦੇ ਮੈਂਬਰ ਹੋ, ਤੁਸੀਂ ਕਿਸੇ ਐਸੋਸੀਏਸ਼ਨ ਦੇ ਮੈਂਬਰ ਹੋ, ਕੋਈ ਐਕਸਟਰਾ ਸਰਕੂਲਰ ਐਕਟੀਵਿਟੀਜ਼ ਕਰਦੇ ਹੋ, ਬੱਚਿਆਂ ਦੇ ਤੁਹਾਡੇ ਬਰਥ ਸਰਟੀਫਿਕੇਟ, ਤੁਹਾਡੇ ਨਿਕਾਹ, ਜੋ ਵੀ ਤੁਹਾਡੇ ਕੋਲ ਡਾਕੂਮੈਂਟ ਜਿਹੜਾ ਤੁਸੀਂ ਸਮਝਦੇ ਹੋ ਕਿ ਤੁਹਾਡੀ ਅਚੀਵਮੈਂਟ ਹੈ ਜਾਂ ਤੁਹਾਨੂੰ ਸਪੋਰਟ ਕਰ ਸਕਦਾ ਹੈ, ਉਹ ਤੁਸੀਂ ਇਹਦੇ ਵਿੱਚ ਲਾਣਾ। ਉਹਦੀ ਕੋਈ ਲਿਮਿਟ ਨਹੀਂ ਹੈਗੀ ਕਿ ਉਸ ਤੋਂ ਇਲਾਵਾ ਤੁਹਾਨੂੰ ਇਹਦੇ ਵਿੱਚ ਜਿਹੜੀ ਚੀਜ਼ ਸਪੋਰਟ ਕਰਦੀ ਹੈ, ਉਹ ਅਮਰੀਕਾ 'ਚ ਵੀ ਕਰਦੀ ਹੋ, ਕੈਨੇਡਾ 'ਚ ਵੀ ਕਰਦੀ ਹੋ, ਜਰਮਨੀ 'ਚ ਕਰਦੀ ਹੋ। ਕੀ ਹੈ? ਤੁਹਾਡੀ ਟਰੈਵਲ ਹਿਸਟਰੀ, ਕਿ ਦੇਖਣਾ ਵੀ ਇਹ ਬੰਦਾ ਪਹਿਲੇ ਵੀ ਟਰੈਵਲ ਕਰ ਚੁੱਕਿਆ, ਕਿਹੜੇ ਮੁਲਕ ਜਾ ਚੁੱਕਿਆ। ਇਹ ਚੀਜ਼ ਤੇ ਹਰ ਜਗ੍ਹਾ ਤੇ ਦੇਖਦੀ ਜਾਂਦੀ ਹੈ, ਲੇਕਿਨ ਸਾਰਾ ਇਹਦੇ 'ਤੇ ਡਿਪੈਂਡ ਨਹੀਂ ਕੀਤਾ ਜਾਂਦਾ। ਡਿਪੈਂਡ ਕੀਤਾ ਜਾਂਦਾ ਕਿ ਤੁਸੀਂ ਤੁਹਾਡੀ ਸਟਰੋਂਗ ਟਾਈਜ਼ ਕਿੰਨੀਆਂ ਨੇ। ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਨਾਲ ਲਾਓਗੇ ਤੇ ਫਿਰ ਤੁਹਾਡਾ ਇੱਕ ਅੱਛਾ ਕੇਸ ਬਣ ਕੇ ਉਹਦੇ ਸਾਹਮਣੇ ਪਿਆ ਹੋਏਗਾ, ਕਿਉਂਕਿ ਤੁਸੀਂ ਆਪ ਤੇ ਹੋਣਾ ਨਹੀਂ ਉੱਥੇ। ਲੇਕਿਨ ਯਾਦ ਰੱਖੋ, ਇਹ ਨਹੀਂ ਕਿ ਮੈਂ ਤੁਹਾਨੂੰ ਇਹ ਚੀਜ਼ਾਂ ਦੱਸਿਆ ਦਾ ਮਤਲਬ ਹੈ ਕਿ ਵੀਜ਼ਾ ਲੱਗ ਜਾਏਗਾ। ਵੀਜ਼ਾ ਫਿਰ ਵੀ ਉਹਨੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਪਰਖ ਕੇ ਦੇਣਾ ਹੈ, ਇਹ ਚੀਜ਼ਾਂ ਪਰਫੈਕਟ ਹੋ ਕੇ ਦੇਣਾ ਹੈ ਕਿ ਵੀ ਤੁਹਾਡੀ ਸਟਰੋਂਗ ਟਾਈਜ਼ ਕੀ ਨੇ, ਇਹ ਸਾਰਾ ਕੁਛ ਹੈ। ਲੇਕਿਨ ਇਹਦੇ 'ਚ ਥੋੜ੍ਹੀ ਆਸਾਨੀ ਹੈ ਕਿ ਤੁਹਾਡੇ ਕੋਲ ਇੱਕ ਆਪਸ਼ਨ ਹੁੰਦੀ ਹੈ ਕਿ ਯਾਰ ਇਹ ਸਾਰਾ ਡਾਕੂਮੈਂਟ ਮੈਂ ਭੇਜ ਰਿਹਾ ਵਾਂ, ਫਿਰ ਅੱਗੋਂ ਇਹ ਡਾਕੂਮੈਂਟ ਨੇ ਬੋਲਣਾ। ਇੱਥੇ ਹੁੰਦਾ ਕਿ ਤੁਸੀਂ ਕਨਫਿਊਜ਼ ਵੀ ਹੋ ਜਾਂਦੇ ਹੋ, ਇੰਟਰਵਿਊ ਦੇ ਵਿੱਚ ਕੋਈ ਗੱਲ ਅੱਗੇ ਪਿੱਛੇ ਵੀ ਹੋ ਜਾਂਦੀ ਹੈ। ਫਿਰ ਦੂਸਰੀ ਗੱਲ ਹੈ ਕਿ ਡਾਕੂਮੈਂਟਸ ਨਹੀਂ ਦੇਖੇ ਜਾਂਦੇ। ਉਹਨਾਂ ਦਾ ਜਿਹੜਾ ਕ੍ਰਾਈਟੇਰੀਆ ਦੇਖਣ ਦਾ ਅਮਰੀਕਾ ਦਾ ਉਹ ਡਿਫਰੈਂਟ ਹੈ, ਕੈਨੇਡਾ ਦਾ ਡਿਫਰੈਂਟ ਹੈ। ਦੱਸਣਾ ਦੋਵਾਂ ਨੇ ਨਹੀਂ, ਜ਼ਾਹਰ ਹੈ ਇਹ ਉਹਨਾਂ ਦੀ ਸੀਕ੍ਰੇਸੀ ਹੈ ਕਿ ਅਸੀਂ ਕੀ ਦੇਖਣੇ ਆ। ਲੇਕਿਨ ਅਸੀਂ ਜੋ ਚੀਜ਼ ਸਾਨੂੰ ਸਰਫੇਸ ਤੇ ਨਜ਼ਰ ਆਉਂਦੀ, ਜੋ ਸਾਹਮਣੇ ਨਜ਼ਰ ਆ ਰਹੀ ਹੈ, ਅਸੀਂ ਉਹਦੇ ਮੁਤਾਬਕ ਆਪਣੀ ਤਿਆਰੀ ਕਰਕੇ ਜਾਂਦੇ ਹਾਂ। ਔਰ ਇੱਕ ਗੱਲ ਯਾਦ ਰੱਖੋ, ਦੁਨੀਆ 'ਚ ਜੋ ਮਰਜ਼ੀ ਤਿਆਰੀ, ਜੋ ਮਰਜ਼ੀ ਕਾਗਜ਼ ਲਾਉਂਦੇ ਰਹੋ, ਜਿੰਨੀ ਦੇਰ ਤੱਕ ਤੁਹਾਡੀ ਆਮਦਨੀ ਤੁਹਾਡੀ ਸਟਰੋਂਗ ਟਾਈਜ਼ ਦੇ ਵਿੱਚ ਸ਼ਾਮਲ ਨਹੀਂ, ਤੁਸੀਂ ਜ਼ੀਰੋ, ਉਹ ਤੁਹਾਨੂੰ ਕਿਸੇ ਨੇ ਵੀਜ਼ਾ ਨਹੀਂ ਦੇਣਾ। ਆਮਦਨੀ ਸਭ ਤੋਂ ਇੰਪੋਰਟੈਂਟ ਜੇ, ਕਿ ਇਹ ਬੰਦਾ ਇੰਨੇ ਪੈਸੇ ਕਮਾਉਂਦਾ ਕਿ ਆਪਣੇ ਮੁਲਕ ਵਾਪਸ ਆਏਗਾ। ਮੁਲਕ ਨੂੰ ਵਾਪਸ ਲਿਆਉਣ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਆਮਦਨੀ ਹੁੰਦੀ ਹੈ। ਉਸ ਤੋਂ ਬਾਅਦ ਫਿਰ ਫੈਮਿਲੀ ਔਰ ਸਾਰੇ ਮਾਮਲਾਤ ਹੁੰਦੇ ਨੇ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਸੋ ਮਚ।